ਹਸਤ ਖੇਲਤ ਤੇਰੇ ਦੇਵਰੇ ਆਇਆ। ਅਗਲਾ ਪ੍ਰਸੰਗ। ਕਮੀਆਂ ਪੇਸ਼ੀਆਂ ਤਾਂ ਪ੍ਰਚਾਰਕਾਂ ਵਿੱਚ ਵੀ ਬਹੁਤ ਹਨ। ਪ੍ਰਬੰਧਕ ਬੁਰਾਈਆਂ ਵਿੱਚ ਅੱਗੇ ਨਿਕਲੇ ਸਾਫ਼ ਵੇਖੇ ਜਾ ਸਕਦੇ ਹਨ। ਪ੍ਰਬੰਧਕਾਂ ਦੀ ਆਪਸੀ ਲੜਾਈ ਤਾਂ ਉਹਨਾਂ ਦੇ ਅੰਦਰਲੇ ਸੱਚ ਨੂੰ ਪ੍ਰਗਟ ਕਰ ਹੀ ਜਾਂਦੀ ਹੈ। ਉਂਝ ਗੋਲਕ ਦੀ ਲੁੱਟ ਅਤੇ ਅਣਗਿਣਤ ਹੋਰ ਬੁਰਾਈਆਂ ਉੱਤੇ ਧਰਮ ਕਰਮ ਦੀ ਚਾਦਰ ਪਾ ਕੇ ਢੱਕ ਦਿੱਤਾ ਜਾਂਦਾ ਹੈ। ਬਹੁਗਿਣਤੀ ਸ਼ਰਧਾਲੂ ਤਾਂ ਇਹ ਕਹਿ ਕੇ ਪੱਲਾ ਝਾੜ ਲੈਂਦੇ ਹਨ, ਜੀ ਅਸੀਂ ਕੀ ਲੈਣਾ ਹੈ, ਜੋ ਕਰੇਗਾ ਸੋ ਭਰੇਗਾ। ਆਪਾਂ ਤਾਂ ਗੁਰੂ ਜੀ ਨੂੰ ਨਮਸਕਾਰ ਕਰਨ ਜਾਣਾ ਹੈ ਗੁਰਦੁਆਰੇ, ਤੇ ਭਲੇ ਬੁਰੇ ਦਾ ਫੈਸਲਾ ਮਹਾਰਾਜ ਆਪ ਹੀ ਕਰ ਦੇਵੇਗਾ। ਪ੍ਰਬੰਧਕ ਇਹੀ ਚਾਹੁੰਦੇ ਹਨ ਕਿ ਤੁਸੀਂ ਕਿਸੇ ਬੁਰਾਈ ਦੇ ਵਿਰੁੱਧ ਕਦੀ ਆਵਾਜ਼ ਬੁਲੰਦ ਨਹੀਂ ਕਰਨੀ। ਚੁੱਪਚਾਪ ਆਓ, ਜੋ ਕੁਝ ਇੱਥੇ ਹੋ ਰਿਹਾ ਹੈ ਉਸ ਨੂੰ ਵੇਖ ਕੇ ਅਣਡਿੱਠ ਕਰ ਦਿਓ। ਪ੍ਰਚਾਰਕ ਪ੍ਰਬੰਧਕਾਂ ਦੇ ਅਧੀਨ ਹੁੰਦੇ ਹਨ। ਆਖਣ ਨੂੰ ਭਾਵੇਂ ਸਾਰੇ ਆਖੀ ਜਾਂਦੇ ਹਨ ਕਿ ਰੋਜੀ ਰੋਟੀ ਤਾਂ ਪਰਮੇਸ਼ਰ ਨੇ ਦੇਣੀ ਹੈ, ਜਦੋਂ ਇਹਨਾਂ ਗੱਲਾਂ 'ਤੇ ਅਮਲ ਕਰਨ ਦਾ ਵੇਲਾ ਆਉਂਦਾ ਹੈ ਤਾਂ ਰਿਜ਼ਕ ਦਾਤਾ ਪ੍ਰਧਾਨ ਸਾਫ਼ ਦਿਸਣ ਲੱਗ ਪੈਂਦਾ ਹੈ। ਪ੍ਰਬੰਧਕ ਬਣਨ ਵਾਸਤੇ ਪੱਲੇ ਪੈਸਾ ਹੋਣਾ ਚਾਹੀਦਾ ਹੈ। ਗੁੰਡਿਆਂ ਦੀ ਵੱਡੀ ਧਾੜ ਚਾਹੀਦੀ ਹੈ। ਧਰਮ ਦੇ ਨਾਮ 'ਤੇ ਆਏ ਤਿਲ ਫੁੱਲ ਨੂੰ ਹਜਮ ਕਰ ਜਾਣ ਵਾਲਾ ਮਜ਼ਬੂਤ ਮਿਹਦਾ ਚਾਹੀਦਾ ਹੈ। ਝੂਠ, ਮਕਾਰੀਆਂ, ਚਲਾਕੀਆਂ ਵਰਗੇ ਅਣਮੋਲ ਗੁਣਾਂ ਵਿੱਚ ਪ੍ਰਧਾਨਾਂ ਦੀ ਮੁਹਾਰਤ ਹਾਸਲ ਹੋਣੀ ਚਾਹੀਦੀ ਹੈ। ਮੈਂ ਇੱਕ ਵਾਰੀ 1996 ਵਿੱਚ ਥਾਪਰ ਨਗਰ ਮੇਰਠ ਦੇ ਗੁਰਦੁਆਰੇ ਕਥਾ ਵਾਸਤੇ ਗਿਆ ਹੋਇਆ ਸੀ। ਨਗਰ ਕੀਰਤਨ ਦੀ ਸਮਾਪਤੀ 'ਤੇ 50 ਦੇ ਕਰੀਬ ਮੁੰਡੇ ਬਾਹਰ ਵਿਹੜੇ ਵਿੱਚ ਖਲੋ ਗਏ। ਅੰਦਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਵੀ ਨਹੀਂ ਗਏ। ਫਿਰ ਵੀ ਪ੍ਰਧਾਨ ਨੇ ਖੁਦ ਉਹਨਾਂ ਦੇ ਗਲ ਵਿੱਚ ਜਾ ਕੇ ਸਰੋਪੇ ਪਾਏ, ਮਠਿਆਈ ਅਤੇ ਕਾਜੂ ਬਦਾਮ ਉਹਨਾਂ ਅੱਗੇ ਪੇਸ਼ ਕੀਤੇ, ਦੁੱਧ ਦੇ ਖੁੱਲ੍ਹੇ ਗੱਫੇ ਵਰਤਾਏ। ਗੁਪਤ ਸਰੋਤਾਂ ਤੋਂ ਮੈਨੂੰ ਪਤਾ ਲੱਗਿਆ ਕਿ ਰਾਤ ਨੂੰ ਇਹਨਾਂ ਲਈ ਹੋਟਲ ਵਿੱਚ ਸ਼ਰਾਬ ਆਦਿ ਦਾ ਪ੍ਰਬੰਧ ਵੀ ਕੀਤਾ ਗਿਆ ਤੇ ਵਧੀਆ ਖਾਣੇ ਵੀ ਪਰੋਸੇ ਗਏ। ਵਾਪਸ ਆਉਣ ਲੱਗੇ ਜਦੋਂ ਮੈਂ ਇਸ ਬਾਰੇ ਪ੍ਰਧਾਨ ਨਾਲ ਗਿਲਾ ਕੀਤਾ ਤਾਂ ਉਸ ਦਾ ਜਵਾਬ ਸੁਣ ਕੇ ਮੈਂ ਦੰਗ ਰਹਿ ਗਿਆ। ਪ੍ਰਧਾਨ ਜੀ ਆਖਣ ਲੱਗੇ, ਗਿਆਨੀ ਜੀ ਤੁਸੀਂ ਕਥਾ ਤੱਕ ਸੀਮਤ ਰਹੋ। ਪ੍ਰਬੰਧ ਬਾਰੇ ਤੁਹਾਡਾ ਕੋਈ ਤਜਰਬਾ ਨਹੀਂ ਹੈ। ਇਹਨਾਂ ਮੁੰਡਿਆਂ ਦੀ ਸੇਵਾ ਕਾਰਨ ਹੀ ਮੈਂ ਪਿਛਲੇ 30-35 ਸਾਲਾਂ ਤੋਂ ਗੁਰਦੁਆਰੇ ਦਾ ਪ੍ਰਧਾਨ ਚੱਲਿਆ ਆ ਰਿਹਾ ਹਾਂ। ਮਰ ਕੇ ਹੀ ਪ੍ਰਧਾਨਗੀ ਤੋਂ ਉਤਰਾਂਗਾ। ਹੈ ਕੋਈ ਮਾਈ ਦਾ ਲਾਲ ਮੈਨੂੰ ਗੱਦੀਓਂ ਉਤਾਰ ਸਕੇ। ਪ੍ਰਧਾਨਾਂ ਦੀ ਫਿਰ ਸਰਕਾਰੇ ਦਰਬਾਰੇ ਪਹੁੰਚ ਹੋ ਜਾਂਦੀ ਹੈ। ਸਾਧ ਸੰਗਤ ਨੂੰ ਕਹਿ ਕੇ ਕਿਹਨੂੰ ਵੋਟਾਂ ਪਾਉਣੀਆਂ ਹਨ, ਇਸ ਦੇ ਵਿਰੁੱਧ ਕਿਸ ਦੇ ਵਿਰੁੱਧ ਮੁਜ਼ਾਹਰਾ ਕਰਨਾ ਹੈ, ਪ੍ਰਧਾਨ ਜੀ ਦੀ ਇੱਛਾ 'ਤੇ ਨਿਰਭਰ ਹੈ। ਹੋ ਸਕਦਾ ਹੈ ਕਦੀ ਖੁਦ ਪ੍ਰਧਾਨ ਜੀ MLA ਬਣਨ ਵਾਸਤੇ ਬਟੇਰਾ ਪੈਰ ਥੱਲੇ ਆ ਜਾਵੇ। ਕਿਸੇ ਇੱਕ ਪ੍ਰਚਾਰਕ ਕੋਲ ਇੰਨੀ ਤਾਕਤ ਨਹੀਂ ਕਿ ਉਹ ਪ੍ਰਧਾਨ ਜਾਂ ਸੈਕਟਰੀ ਨੂੰ ਗੁਰਦੁਆਰੇ 'ਚੋਂ ਕੱਢ ਸਕੇ। ਪ੍ਰਧਾਨ ਜਦੋਂ ਦਿਲ ਕਰੇ ਪ੍ਰਚਾਰਕਾਂ ਨੂੰ ਕੰਨੋਂ ਫੜ ਕੇ ਗੁਰਦੁਆਰਿਓਂ ਬਾਹਰ ਕੱਢ ਸਕਦਾ ਹੈ। ਕਈ ਵਾਰੀ ਤਾਂ ਰਾਤ ਨੂੰ ਵੀ ਬਾਹਰ ਕੱਢ ਦਿੰਦੇ ਨੇ ਤੇ ਪ੍ਰਚਾਰਕ ਤੇ ਕੀਰਤਨੀਏ ਹੱਕੇ ਬੱਕੇ ਦੇਖਦੇ ਹੀ ਰਹਿ ਜਾਂਦੇ ਨੇ। ਲੁਧਿਆਣੇ ਵਿਖੇ ਸਮਰਾਲਾ ਸੜਕ ਦੇ ਨੇੜੇ ਇੱਕ ਬਹੁਤ ਅੱਛੀ ਅਮੀਰਾਂ ਦੀ ਕਲੋਨੀ ਹੈ। ਉੱਥੇ ਇੱਕ ਗੁਰਦੁਆਰੇ ਵਿੱਚ ਸਾਡੇ ਕੋਲੋਂ ਗੁਰਮਤਿ ਪੜ੍ਹਿਆ ਹੋਇਆ ਨੌਜਵਾਨ ਬਚਿੱਤਰ ਸਿੰਘ, ਇਹ ਕਲਪਤ ਨਾਮ ਹੈ, ਕਥਾਵਾਚਕ ਜਾ ਲੱਗਿਆ। ਉਸਨੇ ਕਥਾ ਤਾਂ ਸੁਲਝੇ ਹੋਏ ਢੰਗ ਨਾਲ ਕੀਤੀ ਹੀ ਸੀ, ਹੋਰ ਵੀ ਬਹੁਤ ਕੰਮ ਕੀਤੇ। ਗੁਰਮਤਿ ਸਿਖਾਉਣ ਵਾਸਤੇ ਬੱਚਿਆਂ ਦੀਆਂ ਕਲਾਸਾਂ ਸ਼ੁਰੂ ਕਰ ਦਿੱਤੀਆਂ। ਸਿਆਣੀ ਉਮਰ ਦੇ ਮਾਈ ਭਾਈ ਲਈ ਗੁਰਬਾਣੀ ਦੀ ਸੰਥਿਆ ਅਤੇ ਅਰਥ ਕਰਾਉਣੇ ਉਸਨੇ ਸ਼ੁਰੂ ਕਰ ਦਿੱਤੇ। ਛੁੱਟੀ ਵਾਲੇ ਦਿਨ ਅਤੇ ਐਤਵਾਰ ਨੂੰ ਗੁਰਦੁਆਰੇ ਦੇ ਪ੍ਰੋਗਰਾਮ ਤੋਂ ਵਿਹਲਾ ਹੋ ਕੇ ਨੌਜਵਾਨਾਂ ਨੂੰ ਗੁਰਮਤਿ ਪੜ੍ਹਾਉਣੀ ਅਤੇ ਉਹਨਾਂ ਨੂੰ ਸਟੇਜ 'ਤੇ ਬੋਲਣ ਦੀ ਸਿਖਲਾਈ ਦੇਣ ਲੱਗਿਆ। ਆਲੇ ਦੁਆਲੇ ਦੇ ਘਰਾਂ ਵਿੱਚ ਦੁੱਖ ਸੁੱਖ ਵਿੱਚ ਹਿੱਸਾ ਲੈਣਾ ਉਸਨੇ। ਕਈ ਵਾਰੀ ਲੋੜਵੰਦ ਬਜ਼ੁਰਗਾਂ ਜਾਂ ਇਕੱਲੀਆਂ ਰਹਿ ਰਹੀਆਂ ਬੀਬੀਆਂ ਨੂੰ ਡਾਕਟਰਾਂ ਕੋਲ ਲੈ ਕੇ ਜਾਣਾ, ਬਾਜ਼ਾਰ ਦੇ ਕੰਮ ਕਰ ਆਉਣਾ। 1 ਸਾਲ ਦੇ ਸਮੇਂ ਵਿੱਚ ਭਾਈ ਬਚਿੱਤਰ ਸਿੰਘ ਸਾਰਿਆਂ ਦੇ ਵਿਸ਼ਵਾਸ ਦਾ ਪਾਤਰ ਬਣ ਗਿਆ। ਹਰ ਕੋਈ ਉਸ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਲਵੇ, ਉਸ ਤੋਂ ਸਲਾਹ ਲਵੇ। ਬੱਚਿਆਂ ਅਤੇ ਨੌਜਵਾਨਾਂ ਦਾ ਮਾਨੋ ਸਕਾ ਭਰਾ ਬਣ ਗਿਆ। ਵੱਡਿਆਂ ਦਾ ਲਾਡਲਾ ਸਾਊ ਪੁੱਤਰ ਬਣ ਕੇ ਮਾਣ ਪ੍ਰਾਪਤ ਕਰਨ ਲੱਗ ਪਿਆ। ਇਸ ਸਮੇਂ ਦੌਰਾਨ ਕਈ ਪ੍ਰਬੰਧਕ ਵੀ ਆਪਣੇ ਘਰ ਬੁਲਾਉਂਦੇ ਰਹਿੰਦੇ ਉਸ ਨੂੰ।
ਉਸਨੇ ਸਾਰੀ ਕਲੋਨੀ ਬਾਰੇ ਜਾਣਕਾਰੀ ਹਾਸਲ ਕਰ ਲਈ। ਪ੍ਰਬੰਧਕ ਕਮੇਟੀ ਦੇ ਗੁਪਤ ਭੇਦਾਂ ਦੇ ਸਬੂਤ ਇਕੱਠੇ ਕਰ ਲਏ। ਪ੍ਰਬੰਧਕ ਗੋਲਕਾਂ ਨੂੰ ਖੁਰਦ-ਬੁਰਦ ਕਰਦੇ ਸਨ। 2 ਮੈਂਬਰਾਂ ਨੂੰ ਛੱਡ ਕੇ ਬਾਕੀ ਬਹੁਤੇ ਪ੍ਰਬੰਧਕ ਸ਼ਰਾਬਾਂ ਵੀ ਪੀਂਦੇ ਸਨ। 2 ਮੈਂਬਰਾਂ ਬਾਰੇ ਪਰਤਨਗਾਮੀ ਹੋਣ ਦੇ ਸਬੂਤ ਵੀ ਉਸਨੇ ਪ੍ਰਾਪਤ ਕਰ ਲਏ। ਆਪਣੇ ਮਨ ਨੂੰ ਮਜ਼ਬੂਤ ਕਰ ਲਿਆ, ਸੰਗਤਾਂ ਨੂੰ ਵਿਸ਼ਵਾਸ ਵਿੱਚ ਲੈ ਲਿਆ, ਖਾਸ ਕਰਕੇ ਜਿਹਦੇ ਨਾਲ ਉਹਦੀ ਨੇੜਤਾ ਸੀ। ਬਜ਼ੁਰਗਾਂ ਨੂੰ, ਮਾਈਆਂ ਨੂੰ ਸਮਝਾ ਦਿੱਤੀਆਂ ਸਾਰੀਆਂ ਗੱਲਾਂ। ਸਮੇਂ-ਸਮੇਂ 'ਤੇ ਇਸ ਗੁਰਦੁਆਰੇ ਵਿੱਚ ਮੈਂ ਕਥਾ ਵਾਸਤੇ ਜਾਂਦਾ ਰਹਿੰਦਾ ਸਾਂ। ਮੇਰੇ ਸੰਗੀ ਸਾਥੀ ਜਾਂਦੇ ਰਹਿੰਦੇ ਸਨ। ਸੰਗਤਾਂ ਅਤੇ ਪ੍ਰਬੰਧਕਾਂ ਵਿੱਚ ਸਾਡਾ ਚੰਗਾ ਸਨਮਾਨ ਬਣ ਗਿਆ। ਕਥਾਵਾਚਕ ਬਚਿੱਤਰ ਸਿੰਘ ਨੇ ਕਲੋਨੀ ਦੇ ਸਿਆਣੇ ਸਿੱਖਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅੰਦਰਲੀਆਂ ਪਰਤਾਂ ਖੋਲ੍ਹ ਕੇ ਸੁਣਾਈਆਂ। ਜਿਨ੍ਹਾਂ ਨੇ ਸੁਣਿਆ ਉਹ ਤੇ ਹੈਰਾਨ ਰਹਿ ਗਏ। ਪੂਰੀ ਸਕੀਮ ਤਿਆਰ ਕਰਕੇ ਐਤਵਾਰ ਵਾਲੇ ਦਿਨ ਬਚਿੱਤਰ ਸਿੰਘ ਨੇ ਆਪਣਾ ਸਮਾਨ ਵਾਲਾ ਅਟੈਚੀ ਕੇਸ ਗੁਰਦੁਆਰੇ ਲਿਆ ਕੇ ਸੰਗਤਾਂ ਦੇ ਸਾਹਮਣੇ ਰੱਖ ਦਿੱਤਾ। ਵਿੱਚ ਘੁਸਰ-ਮੁਸਰ ਜਿਹੀ ਹੋਈ। ਬਣਾਈ ਸਕੀਮ ਮੁਤਾਬਕ 10 ਨੌਜਵਾਨ ਬਚਿੱਤਰ ਸਿੰਘ ਦੇ ਨੇੜੇ ਆ ਕੇ ਬੈਠ ਗਏ। ਦੀਵਾਨ ਦੀ ਸਮਾਪਤੀ 'ਤੇ ਬਚਿੱਤਰ ਸਿੰਘ ਸਟੇਜ 'ਤੇ ਆ ਗਿਆ। ਮਾਈਕ ਅੱਗੇ ਕਰਕੇ ਉਸਨੇ ਪ੍ਰਧਾਨ, ਸਕੱਤਰ, ਖਜ਼ਾਨਚੀ ਦੀਆਂ ਕਰਤੂਤਾਂ ਸੰਗਤਾਂ ਦੇ ਸਾਹਮਣੇ ਰੱਖ ਦਿੱਤੀਆਂ। ਨਾਲ ਹੀ ਇਹ ਵੀ ਆਖ ਦਿੱਤਾ ਕਿ ਅਜਿਹੇ ਹਾਲਾਤ ਵਿੱਚ ਮੈਂ ਇੱਥੇ ਹੋਰ ਸੇਵਾ ਨਹੀਂ ਕਰ ਸਕਾਂਗਾ। ਆਹ ਸਾਹਮਣੇ ਮੇਰਾ ਸਮਾਨ ਪਿਆ ਹੈ, ਮੈਂ ਅੱਜ ਹੀ ਚਲਾ ਜਾਵਾਂਗਾ। ਮੇਰੀਆਂ ਇਹਨਾਂ ਕੌੜੀਆਂ ਕੁਸੈਲੀਆਂ ਗੱਲਾਂ ਕਾਰਨ ਪ੍ਰਬੰਧਕ ਮੇਰਾ ਜਾਨੀ ਮਾਲੀ ਨੁਕਸਾਨ ਕਰ ਸਕਦੇ ਹਨ। ਪ੍ਰਬੰਧਕ ਅਚਨਚੇਤੀ ਆਖੀ ਹੋਈ ਗੱਲ ਤੋਂ ਘਬਰਾ ਗਏ। ਇਸ ਸਮੇਂ ਤੇਜ਼ੀ ਨਾਲ ਬਚਿੱਤਰ ਸਿੰਘ ਆਪਣਾ ਅਟੈਚੀ ਲੈ ਕੇ ਸਾਥੀ ਸਿੰਘਾਂ ਦੇ ਘੇਰੇ ਵਿੱਚ ਗੁਰਦੁਆਰੇ ਤੋਂ ਬਾਹਰ ਨਿਕਲ ਗਿਆ। ਜਿੱਥੇ ਰਿਹਾਇਸ਼ ਲਈ ਘਰ ਉਸ ਨੂੰ ਮਿਲਿਆ ਹੋਇਆ ਸੀ, ਉੱਥੇ ਜਾ ਕੇ ਬੈਠ ਗਿਆ। ਇਸ ਤੋਂ ਮਗਰੋਂ ਸੰਗਤਾਂ ਅਤੇ ਪ੍ਰਬੰਧਕਾਂ ਵਿੱਚ ਸ਼ਾਮ ਤੱਕ ਕੜਮੱਸ ਮਚਿਆ ਪਿਆ ਰਿਹਾ। ਕੋਈ ਚਾਰਾ ਨਾ ਚੱਲਦਾ ਵੇਖ ਕੇ ਸਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਸਤੀਫਾ ਦੇ ਦਿੱਤਾ। ਉਸੇ ਦਿਨ ਨਵੇਂ ਪ੍ਰਬੰਧਕਾਂ ਦੀ ਚੋਣ ਕੀਤੀ ਗਈ, ਜੋ ਆਰਜੀ ਸੀ। ਗਿਆਨੀ ਬਚਿੱਤਰ ਸਿੰਘ ਨੂੰ ਵਾਪਸ ਗੁਰਦੁਆਰੇ ਲਿਆ ਕੇ ਨਵੇਂ ਪ੍ਰਬੰਧਕਾਂ ਵੱਲੋਂ ਸਰੋਪਾ ਦਿਵਾ ਕੇ ਮਾਨਤਾ ਦਿਵਾ ਦਿੱਤੀ। ਹੌਲੀ-ਹੌਲੀ ਸਾਰਾ ਪ੍ਰਬੰਧ ਆਮ ਵਾਂਗ ਚੱਲਣ ਲੱਗ ਪਿਆ। ਪਹਿਲੀ ਕਮੇਟੀ ਨਾਲੋਂ ਭਾਵੇਂ ਘੱਟ ਹੀ ਸਹੀ, ਪਰ ਨਵੀਂ ਕਮੇਟੀ ਵਾਲੇ ਵੀ ਕਰੀਬ ਉਸੇ ਰਾਹ 'ਤੇ ਚੱਲ ਰਹੇ ਸਨ। ਪੈਸੇ ਦੀ ਕੁਵਰਤੋਂ, ਸ਼ਰਾਬਾਂ ਅਤੇ ਹੋਰ ਸਾਰੇ ਐਬ ਇਹਨਾਂ ਵਿੱਚ ਵੀ ਸਨ। 6 ਮਹੀਨਿਆਂ ਅੰਦਰ ਬਚਿੱਤਰ ਸਿੰਘ ਨੇ ਨਵੇਂ ਪ੍ਰਬੰਧਕਾਂ ਦੀਆਂ ਕਮਜ਼ੋਰੀਆਂ ਤੇ ਹੇਰਾਫੇਰੀਆਂ ਦੇ ਸਬੂਤ ਇਕੱਠੇ ਕਰ ਲਏ। ਪਹਿਲਾਂ ਵਾਲੇ ਵਿਸ਼ਵਾਸਯੋਗ ਸਿੱਖਾਂ ਨੂੰ ਸਾਰੀ ਹੋਈ ਬੀਤੀ ਕਹਿ ਸੁਣਾਈ। ਐਤਵਾਰ ਵਾਲੇ ਦਿਨ ਉਸੇ ਤਰ੍ਹਾਂ ਬਚਿੱਤਰ ਸਿੰਘ ਨੇ ਸਮਾਨ ਵਾਲਾ ਅਟੈਚੀ ਕੇਸ ਗੁਰਦੁਆਰੇ ਲਿਆ ਕੇ ਰੱਖ ਦਿੱਤਾ। ਉਸੇ ਤਰ੍ਹਾਂ ਦੀਵਾਨ ਦੀ ਸਮਾਪਤੀ 'ਤੇ ਫਿਰ ਪੁਰਾਣੀ ਘਟਨਾ ਦੁਹਰਾ ਦਿੱਤੀ। ਨਵੇਂ ਪ੍ਰਬੰਧਕਾਂ ਦੀਆਂ ਮੰਦ ਕਰਤੂਤਾਂ ਦਾ ਭਾਂਡਾ ਸਾਰੀ ਸੰਗਤ ਵਿੱਚ ਭੰਨ ਦਿੱਤਾ। ਲੋਕੀ ਪ੍ਰਬੰਧਕਾਂ ਦੁਆਲੇ ਹੋ ਕੇ ਲੱਗੇ ਜਵਾਬ ਮੰਗਣ। ਲੰਮੀ ਬਹਿਸ, ਤੂੰ ਮੈਂ, ਕੌੜੇ ਬੋਲ ਆਦਿਕ ਚੱਲਦੇ ਰਹੇ। ਲੋਕਾਂ ਦੀ ਏਕਤਾ ਅੱਗੇ ਪ੍ਰਬੰਧਕਾਂ ਨੇ ਹਾਰ ਮੰਨ ਲਈ, ਅਸਤੀਫਾ ਲਿਖ ਕੇ ਦੇ ਦਿੱਤਾ। ਨਵੀਂ ਕਮੇਟੀ ਆਰਜੀ ਤੌਰ 'ਤੇ ਚੁਣੀ ਗਈ, ਪਰ ਐਤਕੀ ਬਚਿੱਤਰ ਸਿੰਘ ਨੇ ਸਟੇਜ 'ਤੇ ਆ ਕੇ ਸਰੋਪਾ ਨਹੀਂ ਲਿਆ, ਸਗੋਂ ਐਲਾਨ ਕਰ ਦਿੱਤਾ ਕਿ ਮੈਂ 2 ਪ੍ਰਬੰਧਕ ਕਮੇਟੀਆਂ ਦੀ ਬਲੀ ਲੈ ਚੁੱਕਿਆ ਹਾਂ। ਅੰਦਰ ਖਾਤੇ ਮੇਰੇ ਵਿਰੁੱਧ ਕਈ ਸਾਜ਼ਿਸ਼ਾਂ ਚੱਲ ਰਹੀਆਂ ਹਨ। ਆਉਣ ਵਾਲੇ ਸਮੇਂ ਵਿੱਚ ਮੇਰਾ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਹੈ। ਤੁਸੀਂ ਆਪਣਾ ਪ੍ਰਬੰਧ ਚੰਗੇ ਢੰਗ ਨਾਲ ਚਲਾਓ। ਸੰਗਤਾਂ ਇਸੇ ਤਰ੍ਹਾਂ ਸੁਚੇਤ ਰਹਿਣ। ਮੈਂ ਹੁਣ ਇੱਥੋਂ ਜਾ ਰਿਹਾ ਹਾਂ। ਕਿਰਪਾ ਕਰਕੇ ਮੈਨੂੰ ਰੋਕਿਓ ਨਾ। ਜੇ ਚਾਹੋ ਤਾਂ ਹੋਰ ਕਥਾਵਾਚਕ ਮੈਂ ਭੇਜ ਦਿਆਂਗਾ। ਇੰਨਾ ਕਹਿ ਕੇ ਭਾਈ ਬਚਿੱਤਰ ਸਿੰਘ ਵਿਦਾ ਹੋ ਗਿਆ। ਜੇ ਸਮਝਦਾਰ ਹੋਵੇ ਤਾਂ ਇੱਕੋ ਬੰਦਾ ਬਹੁਤ ਕੁਝ ਕਰ ਸਕਦਾ ਹੈ। ਇੱਕੋ ਕਥਾਵਾਚਕ ਪੂਰੀ ਕਮੇਟੀ ਦੀਆਂ ਜੜ੍ਹਾਂ ਹਿਲਾ ਸਕਦਾ ਹੈ, ਪਰ ਅੰਦਰ ਯੋਗਤਾ ਅਤੇ ਸਿਆਣਪ ਦਾ ਹੋਣਾ ਬਹੁਤ ਜ਼ਰੂਰੀ ਹੈ। ਗੁਰੂ ਪਿਆਰ ਵਾਲਿਓ, ਜੇ ਆਪਾਂ ਸੁਧਾਰ ਦਾ ਕੋਈ ਯਤਨ ਨਹੀਂ ਕਰਾਂਗੇ ਤਾਂ ਸੁਧਾਰ ਕਦੇ ਵੀ ਨਹੀਂ ਹੋਣਾ। ਆਖੋ ਸਤਨਾਮ।